ਮੁੱਖ ਚੋਣ ਕਮਿਸ਼ਨਰ ਨੇ ਚੋਣ ਕਮਿਸ਼ਨ ਅਤੇ ਸੂਬਿਆਂ ਦੇ ਚੋਣ ਕਮਿਸ਼ਨਰਾਂ ਦੇ ਕੌਮੀ ਗੋਲਮੇਜ਼ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ਼ੁੱਧ ਮਤਦਾਤਾ ਸੂਚੀ ਨੂੰ ਦੱਸਿਆ ਕਿਸੇ ਵੀ ਲੋਕਤੰਤਰ ਦੀ ਆਧਾਰਸ਼ਿਲਾ। ਹਰਿਆਣਾ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਅੱਜ ਤੀਜਾ ਦਿਨ। ਪੈਨਸ਼ਨ ਅਤੇ ਬੈਂਕ ਘੁਟਾਲੇ ਦੇ ਮਾਮਲੇ ਵਿੱਚ ਮੁੱਖ ਮੰਤਰੀ ਨੇ ਜਵਾਬ ਦਿੰਦਿਆਂ ਵਿਰੋਧੀ ਧਿਰ ਨੂੰ ਘੇਰਿਆ। ਅਤੇ ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ 6 ਮਾਰਚ ਤੋਂ 16 ਮਾਰਚ ਤੱਕ। ਸੂਬੇ ਦੇ ਖਜ਼ਾਨਾ ਮੰਤਰੀ 8 ਮਾਰਚ ਨੂੰ ਪੇਸ਼ ਕਰਨਗੇ ਬਜਟ। ਨਮਸਕਾਰ, ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਗੀਤੂ ਗੁਲਾਟੀ ਅਤੇ ਹੁਣ ਖਬਰਾਂ ਵਿਸਥਾਰ ਨਾਲ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਕਿਹਾ ਹੈ ਕਿ ਸ਼ੁੱਧ ਮਤਦਾਤਾ ਸੂਚੀ ਕਿਸੇ ਵੀ ਲੋਕਤੰਤਰ ਦੀ ਆਧਾਰਸ਼ਿਲਾ ਹੁੰਦੀ ਹੈ। ਨਵੀਂ ਦਿੱਲੀ ਵਿੱਚ ਅੱਜ ਚੋਣ ਕਮਿਸ਼ਨ ਅਤੇ ਸੂਬਿਆਂ ਦੇ ਚੋਣ ਕਮਿਸ਼ਨਰਾਂ ਦੇ ਕੌਮੀ ਗੋਲਮੇਜ਼ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਹਨਾਂ ਇਹ ਵਿਚਾਰ ਸਾਂਝੇ ਕੀਤੇ। ਮਤਦਾਨ ਸੂਚੀ ਦੀ ਵਿਸ਼ੇਸ਼ ਡੂੰਘੀ ਜਾਂਚ ਭਾਵ SIR ਬਾਰੇ ਗਿਆਨੇਸ਼ ਕੁਮਾਰ ਨੇ ਕਿਹਾ ਕਿ ਸਾਰੇ ਯੋਗ ਵੋਟਰਾਂ ਦੇ ਨਾਂ ਵੋਟਰ ਸੂਚੀ ਵਿੱਚ ਹੋਣੇ ਚਾਹੀਦੇ ਨੇ ਅਤੇ ਅਯੋਗ ਵੋਟਰਾਂ ਨੂੰ ਬਾਹਰ ਰੱਖਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ SIR ਬਿਹਾਰ ਵਿੱਚ ਸ਼ੁਰੂ ਹੋਇਆ ਤੇ ਬਿਨਾਂ ਕਿਸੇ ਅਪੀਲ ਦੇ ਕਮੀ ਰਹਿਤ ਪੂਰਾ ਹੋ ਗਿਆ। ਉਹਨਾਂ ਕਿਹਾ ਕਿ ਵੋਟਰ ਸੂਚੀ ਨੂੰ ਸ਼ੁੱਧ ਬਣਾਉਣ ਦੇ ਨਾਲ-ਨਾਲ ਇਸ ਨੂੰ ਵੋਟਰਾਂ ਲਈ ਸੌਖਾ ਅਤੇ ਪਹੁੰਚਯੋਗ ਬਣਾਉਣਾ ਜ਼ਰੂਰੀ ਹੈ। ਮੁੱਖ ਚੋਣ ਕਮਿਸ਼ਨਰ ਨੇ ਕਿਹਾ ਹੈ ਕਿ SIR ਪ੍ਰਕਿਰਿਆ ਬਿਹਾਰ ਤੋਂ ਸ਼ੁਰੂ ਹੋ ਕੇ 12 ਸੂਬਿਆਂ ਵਿੱਚ ਚਲਾਈ ਗਈ, ਜਿਨ੍ਹਾਂ ਵਿੱਚੋਂ 11 ਸੂਬਿਆਂ ਦੀਆਂ ਅੰਤਿਮ ਮਤਦਾਤਾ ਸੂਚੀ ਪ੍ਰਕਾਸ਼ਿਤ ਹੋ ਚੁੱਕੀਆਂ ਨੇ। Pure electoral rolls are the bedrock of any democracy, and the Election Commission of India, in its historic pursuit, started the special intensive revision, wherein which all eligible electors should be inside the rolls, while at the same time ineligible electors should be excluded. This process was started in Bihar, completed flawlessly with 0 appeals, currently undergoing in 12 states. ਹਰਿਆਣਾ ਵਿਧਾਨ ਸਭਾ ਦੇ ਬਜਟ ਇਜਲਾਸ ਤਹਿਤ ਅੱਜ ਤੀਜੇ ਦਿਨ ਦੀ ਕਾਰਵਾਈ ਦੌਰਾਨ ਵਿਰੋਧੀ ਧਿਰ ਨੇ ਪੈਨਸ਼ਨ ਦੇ ਮੁੱਦੇ ਤੇ ਰੌਲਾ ਰੱਪਾ ਪਾਇਆ, ਜਿਸ ਤੇ ਮੰਤਰੀ ਕ੍ਰਿਸ਼ਨ ਬੇਦੀ ਨੇ ਜਵਾਬ ਦਿੰਦਿਆਂ ਬੁਢਾਪਾ ਪੈਨਸ਼ਨ ਬਾਰੇ ਜਾਣਕਾਰੀ ਸਾਂਝੀ ਕੀਤੀ। ਵਿਰੋਧੀ ਧਿਰ ਵੱਲੋਂ ਮੰਤਰੀ ਦੇ ਜਵਾਬ ਤੇ ਸੰਤੁਸ਼ਟ ਨਾ ਹੋਣ ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਿਰੋਧੀ ਧਿਰ ਪੈਨਸ਼ਨ ਦੇ ਨਾਂ ਤੇ ਅਫਵਾਹ ਫੈਲਾਉਣ ਦਾ ਕੰਮ ਕਰ ਰਿਹਾ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ BJP ਦੀ ਸਰਕਾਰ ਨੇ ਬਜ਼ੁਰਗਾਂ ਦਾ ਸਨਮਾਨ ਕਰਦਿਆਂ ਪੈਨਸ਼ਨ ਵਧਾ ਦਿੱਤੀ ਹੈ। ਉਹਨਾਂ ਕਿਹਾ ਕਿ ਬਜ਼ੁਰਗ ਸਾਡੇ ਮਾਪਿਆਂ ਸਨਮਾਨ ਨੇ ਅਤੇ ਪੈਨਸ਼ਨ ਕੱਟਣ ਦਾ ਸਵਾਲ ਹੀ ਨਹੀਂ ਬਣਦਾ। ਉਹਨਾਂ ਕਿਹਾ ਕਿ ਵਿਰੋਧੀ ਧਿਰ ਦੀ ਸਰਕਾਰ ਦੇ ਸਮੇਂ 6-6 ਮਹੀਨੇ ਤੱਕ ਪੈਨਸ਼ਨ ਨਹੀਂ ਮਿਲਦੀ ਸੀ ਅਤੇ 5 ਕਿਲੋਮੀਟਰ ਤੱਕ ਬਜ਼ੁਰਗਾਂ ਨੂੰ ਪੈਨਸ਼ਨ ਲਈ ਭਟਕਣਾ ਪੈਂਦਾ ਸੀ, ਪਰ ਮੌਜੂਦਾ ਸਰਕਾਰ ਸਮੇਂ ਮੋਬਾਈਲ ਤੇ ਹੀ ਪੈਨਸ਼ਨ ਦਾ ਮੈਸੇਜ ਆ ਜਾਂਦਾ ਹੈ। विपक्ष ने ये पाप किया है, अफवाह फैला करके कहा पेंशन काट दी। अरे पेंशन काट देंगे माननीय अध्यक्ष जी हम किसी बुजुर्ग की? हम तो उनका सम्मान बढ़ा रहे हैं। अगर कोई शिकायत आती है, ये सरकार की जिम्मेवारी है उसको वेरीफाई करना हमारी जिम्मेवारी है, और उसको वेरीफाई करने के लिए उसको थोड़ी देर होल्ड किया था और वो चला गया सारा का सारा। आपके समय के अंदर अगर मैं कहूं, आपके समय में बुजुर्गों को 1-1 साल 6-6 महीने पेंशन नहीं मिलती थी। हमारे काद्यान साहब बैठे देख दे रहा थे नहीं। आज ये सम्मान दिया कि बुजुर्ग के मोबाइल के अंदर SMS आता है माननीय अध्यक्ष जी। ਮੁੱਖ ਮੰਤਰੀ ਨੇ ਕਿਹਾ ਕਿ ਬੈਂਕ ਸੰਬੰਧੀ ਮਾਮਲਾ ਗੰਭੀਰ ਹੈ ਅਤੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਨੇ। ਜੋ ਦੋਸ਼ੀ ਹੋਵੇਗਾ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਸਰਕਾਰ ਹਰ ਮੁੱਦੇ ਤੇ ਚਰਚਾ ਲਈ ਤਿਆਰ ਹੈ, ਪਰ ਵਿਰੋਧੀ ਧਿਰ ਆਪਣੀ ਗੱਲ ਕਹਿ ਕੇ ਪਿੱਛੇ ਹਟ ਜਾਂਦਾ ਹੈ। ਇਸ ਤੋਂ ਇਲਾਵਾ ਅੱਜ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਹੁੱਡਾ ਦੀ ਅਗਵਾਈ ਵਿੱਚ ਕਾਂਗਰਸ ਨੇ MLA ਹੋਸਟਲ ਤੋਂ ਵਿਧਾਨ ਸਭਾ ਤੱਕ ਟ੍ਰੇਡ ਡੀਲ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਸਰਕਾਰ ਖਿਲਾਫ ਵਿਰੋਧੀ ਮਾਰਚ ਵੀ ਕੀਤਾ। ਵਿਧਾਨ ਸਭਾ ਦੀ ਕਾਰਵਾਈ ਦੌਰਾਨ ਵਿਧਾਇਕ ਵਿਨੇਸ਼ ਫੋਗਾਟ ਨੇ ਰਾਮ ਰਾਏ ਪਿੰਡ ਵਿੱਚ ਸਵਿਮਿੰਗ ਪੂਲ ਦੀ ਮੰਗ ਕੀਤੀ, ਜਿਸ ਤੇ ਖੇਡ ਮੰਤਰੀ ਗੌਤਮ ਨੇ ਕਿਹਾ ਕਿ ਸਰਕਾਰ ਦੀ ਨੀਤੀ ਤਹਿਤ ਰਾਮ ਰਾਏ ਪਿੰਡ ਤੋਂ 10 ਤੋਂ 12 ਕਿਲੋਮੀਟਰ ਦੀ ਦੂਰੀ ਤੇ ਪੁਲ ਮੌਜੂਦ ਹੈ ਅਤੇ ਜਿੰਦ ਜ਼ਿਲ੍ਹੇ ਵਿੱਚ 2 ਜ਼ਿਲ੍ਹਾ ਪੱਧਰੀ ਸਟੇਡੀਅਮ ਨੇ। ਇਸ ਤੋਂ ਇਲਾਵਾ अर्जुन चौटाला ने स्कूलों में अध्यापकों की कमी का मुद्दा भी चुकया। खबरां लिखे जाने तक हरियाणा विधानसभा की कार्रवाई जारी सी।
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੱਲ IDFC ਫਸਟ ਬੈਂਕ ਦੇ ਮਾਮਲੇ ਵਿੱਚ ਕਿਹਾ ਹੈ ਕਿ ਸੂਬਾ ਸਰਕਾਰ ਦੇ ਵਿਭਾਗਾਂ ਦੀ ਜਾਗਰੂਕਤਾ ਨਾਲ ਹੀ ਮਾਮਲਾ ਸਾਹਮਣੇ ਆਇਆ ਹੈ ਅਤੇ ਇਸ ਤੇ ਸਰਕਾਰ ਨੇ ਤੁਰੰਤ ਬੈਂਕ ਨੂੰ ਡੀ-ਇੰਪੈਨਲ ਕਰ ਦਿੱਤਾ ਹੈ। बैंक वालों जो स्टेटमेंट मुहैया करवाई गई है वो विभागीय स्टेटमेंट नाल मेल नहीं खाती। सूबा सरकार ने गंभीरता दे नाल इस मामले की जांच आरंभ कर दी है और यह मामला सूबे के एंटी करप्शन ब्यूरो नूं सौंप दिता गया है। इस तो इलावा पूरे मामले की जांच लई एक उच्च पद्धरी कमेटी बनाई जाएगी। मुख्यमंत्री ने इस विषय पर कल हरियाणा विधानसभा के बजट इजलास दौरान और पत्रकारां नाल गलबात दौरान जानकारी सांझी की। उन्होंने विस्तार जानकारी दिंदियां कहा कि IDFC फस्ट बैंक ने सेबी नूं चिट्ठी लिखी जिस विच बैंक के कर्मचारियों वालों गड़बड़ किए जाने की गल कही है। मामले विच बैंक ने भी अपने कर्मचारियों ते कार्रवाई शुरू की हुई है। इस बैंक के लेन देन विच मिलियां बेनियमिततां दे संबंध विच FIR भी दर्ज हो चुकी है। मुख्यमंत्री ने कहा कि बैंकों विच विभागां वालों पैसा रखने की प्रथा कोई नवी नहीं, कांग्रेस समय ही विभागां दा पैसा बैंकों विच रहिंदा सी। बैंकों के पैनल बनते रहंदे ने अते नवे बैंक जुड़ते रहंदे ने। मुख्यमंत्री ने कहा है कि इस मामले विच दोषी नूं बख्शिया नहीं जाएगा। इसके ऊपर हमने एंटी करप्शन ब्यूरो को दिया है, उसके अंदर कार्रवाई चल रही है और हमारा उसके ऊपर FIR भी दर्ज होगी है। वो जांच करके इसके ऊपर कार्रवाई करेगी। जहां जहां एक उच्च स्तरीय कमेटी वो भी बनेगी, इसके ऊपर सारा जांच करेगी। इसकी उच्च स्तरीय कमेटी ये देखेगी कि कहां किसकी गलती है। बैंक ने की है, कहीं तो हुई है गलती, बैंक के कर्मचारी ने की है, किसी ने भी गलती की है उसके खिलाफ सख्त से सख्त कार्रवाई होगी, कोई बख्शने का सवाल नहीं है। पंजाब के मुख्यमंत्री भगवंत सिंह मान की अगवाई हेठ कल पंजाब कैबिनेट की चंडीगढ़ में हुई अहम मीटिंग दौरान कैबिनेट ने विधानसभा के बजट इजलास को रस्मी प्रवानगी दिंदियां माली वरे 2026-27 के बजट इजलास दीआं तरीकां का ऐलान किया। बजट इजलास 6 मार्च को शुरू होकर 16 मार्च तक चलेगा। सूबे के खजाना मंत्री हरपाल सिंह चीमा वालों 8 मार्च को सूबा का बजट पेश किया जाएगा। कैबिनेट की मीटिंग तो बाद कैबिनेट के फैसलों बारे जानकारी दिंदियां मुख्यमंत्री भगवंत मान ने कहा है कि इस बार बजट च कोई नवा टैक्स नहीं लगाया जाएगा अते बजट पंजाब पक्षी होवेगा। छे मार्च तो 16 मार्च तक बजट सैशन होगा। ਉਹਦੇ ਵਿੱਚ ਤੁਹਾਨੂੰ ਸਾਰਾ डिटेल ਦਿੱਤੀ ਜਾਊਗੀ ਤੇ ਬਾਕੀ BAC ਤੇ डिपेंड करता है कि ਜੇ ਵਧਾਉਣਾ ਵੀ ਹੋਇਆ ਤਾਂ ਵਧਾ ਵੀ ਸਕਦਾ। ਬਜਟ 'ਚ ਐਕਸਪਲੇਨ ਕਰਾਂਗੇ ਸਾਰਾ ਕੁਝ ਕਿ ਕਿੰਨਾ ਪੈਸਾ ਰੱਖਿਆ ਗਿਆ, ਖੇਡਾਂ ਲਈ ਕਿੰਨਾ ਰੱਖਿਆ ਗਿਆ, ਇਰੀਗੇਸ਼ਨ ਵਾਸਤੇ ਕਿੰਨਾ ਰੱਖਿਆ ਗਿਆ ਤੇ ਹੋਰ ਜਿਹੜੀਆਂ ਪਾਲਿਸੀਜ਼ ਨੇ ਪੈਸਾ ਆਊਗਾ ਕਿੱਥੋਂ ਜਾਊਗਾ ਕਿੱਥੇ, ਉਹ ਸਾਰਾ ਇਕੱਲੇ ਰੁਪਏ ਦਾ ਹਿਸਾਬ ਬਜਟ 'ਚ, ਕਿਉਂਕਿ ਬਜਟ ਸੀਕ੍ਰੇਟ ਹੁੰਦਾ ਇਸ ਕਰਕੇ ਬਜਟ ਨੂੰ ਅਸੀਂ ਮੈਂ ਐਕਸਪਲੇਨ ਨਹੀਂ ਕਰ ਸਕਦਾ ਕੁਝ ਇਹਦੇ ਬਾਰੇ, ਪਰ ਹਾਂ ਬਜਟ ਲੋਕ ਪੱਖੀ ਹੋਊਗਾ ਇਹ ਮੇਰੇ ਵੱਲੋਂ ਜਿਹੜਾ ਉਹ ਵਾਅਦਾ ਹੈ। कैबिनेट के होर फैसलों बारे हरपाल सिंह चीमा ने प्रेस कॉन्फ्रेंस करके वेरवे साझे किए ते दस्सिया कि पलटा संबंधी यकमुश्त स्कीम की मियाद विच वाधा किया गया है। पहलां दी मियाद नूं वधा के हुण इस वरे 30 जून कर दी गई है। उन्होंने दस्सिया कि उद्योगपतियों और कारोबारियों नूं प्लाट वापस हासिल करने का एक होर मौका दिता गया है। इस तो इलावा आबकारी नीति 2026-27 नूं प्रवानगी दी गई है जिस राही 12,800 करोड़ रुपए का मालिया इकट्ठा होने की उम्मीद है। कैबिनेट वालों सरकारी जमीन की काश्त करने वाले किसानों को मुआवजा देने की प्रवानगी समेत कई होर फैसले ले गए ने। पंजाब लघु उद्योग और निर्यात निगम PSIEC डिपार्टमेंट इंडस्ट्री का ਉਹਦੇ ਅੰਦਰ ਅਸੀਂ ਇੱਕ ਵਨ ਟਾਈਮ ਸੈਟਲਮੈਂਟ ਸਕੀਮ ਜਿਹੜੀ ਆ ਉਹ ਲਿਆਂਦੀ ਸੀ ਜਿਹਦੀ ਮਿਆਦ 13/3/25 ਤੱਕ ਸੀ। ਸੋ ਉਸ ਨੂੰ ਅਸੀਂ ਵਧਾਇਆਗਾ ਕਿਉਂਕਿ ਬਹੁਤ ਸਾਰੇ ਜਿਹੜੇ ਇੰਡਸਟਰੀ ਤੋਂ ਲੋਕ ਸੀ ਉਹਨਾਂ ਦੀ ਡਿਮਾਂਡ ਸੀ ਕਿ ਇਹ ਜਿਹੜੀ ਸਕੀਮ ਆ ਇਹਨੂੰ ਅੱਗੇ ਵਧਾਇਆ ਜਾਵੇ। ਤਾਂ ਹੁਣ ਅਸੀਂ ਇਹ ਸਕੀਮ ਦੀ ਵਨ ਟਾਈਮ ਜਿਹੜੀ ਸੈਟਲਮੈਂਟ ਸਕੀਮ ਆ ਇਹਦੀ ਮਿਆਦ ਆ कि 30/6/26 तक कोई भी व्यक्ति इस अप्लाई करके ये जी योजना इसका लाभ लै सकता और जिससे मैं समझदा एक बड़ा फायदा पंजाब के उद्योग जगत नूं होगा। केंद्रीय गृह और सहकारिता मंत्री अमित शाह ने कहा है कि भारत ने टैक्सी ड्राइवरों को
ਕੰਮ ਦੀ ਖੁਦ ਮੁਖਤਿਆਰੀ ਦੇਣ ਦੀ ਪਹਿਲ ਕੀਤੀ ਹੈ। ਇੱਕ ਵੀਡੀਓ ਸੁਨੇਹੇ ਵਿੱਚ ਉਹਨਾਂ ਕਿਹਾ ਹੈ ਕਿ ਇਸ ਪਹਿਲਕਦਮੀ ਦਾ ਮੰਤਵ ਪ੍ਰਾਈਵੇਟ ਟੈਕਸੀ ਸਰਵਿਸ 'ਚ ਕੰਮ ਕਰ ਰਹੀਆਂ ਕੰਪਨੀਆਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨਾ ਅਤੇ ਡਰਾਈਵਰਾਂ ਨੂੰ ਲਾਭ ਦੇ ਹਿੱਸੇਦਾਰ ਬਣਾਉਣਾ ਹੈ। ਉਹਨਾਂ ਕਿਹਾ ਕਿ ਇਹ ਪਲੇਟਫਾਰਮ ਡਰਾਈਵਰਾਂ ਦੀ ਭਲਾਈ ਅਤੇ ਯਾਤਰੀਆਂ ਦੀ ਸੁਰੱਖਿਆ ਲਈ ਤਿਆਰ ਕੀਤਾ ਗਿਆ ਹੈ। ਕੇਂਦਰੀ ਮੰਤਰੀ ਨੇ ਕਿਹਾ ਹੈ ਕਿ ਭਾਰਤ ਟੈਕਸੀ ਵਿੱਚ ਕੁਝ ਵੀ ਲੁਕਾਇਆ ਨਹੀਂ ਗਿਆ ਅਤੇ ਹਰ ਇੱਕ ਸੂਚਨਾ ਨੋਟੀਫਿਕੇਸ਼ਨ ਰਾਹੀਂ ਚਾਲਕਾਂ ਨੂੰ ਮੁਹੱਈਆ ਕਰਵਾਈ ਜਾਵੇਗੀ। ਉਹਨਾਂ ਕਿਹਾ ਕਿ ਸਹਿਕਾਰਤਾ ਖੇਤਰ ਦੀ ਇਹ ਟੈਕਸੀ ਸੇਵਾ ਪਾਰਦਰਸ਼ਤਾ ਦੇ ਮਾਮਲੇ ਵਿੱਚ ਦੁਨੀਆ ਦੀ ਪਹਿਲੀ ਅਜਿਹੀ ਕੈਬ ਸੇਵਾ ਹੈ। जो श्रम कर रहा है, जो मेहनत कर रहा है, उसी को मुनाफा मिले, किसी सेठ को न मिले। हमारा भी उद्देश्य मालिक को धनी बनाना है। फर्क इतना है कि मालिक आप हो। मानो भारत टैक्सी 25 करोड़ रुपया कमाई, तो 25 करोड़ में से 20%, 5 करोड़ रुपया ये भारत टैक्सी के अकाउंट में आप लोगों की पूंजी के नाते जमा हो जाएगा और 80% पैसा किसने कितना किलोमीटर टैक्सी चलाई इसके हिसाब से वापिस आपके अकाउंट में डाल दिया। ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਨੇ ਦਿੱਲੀ ਵਿੱਚ AI ਸਮਿਟ ਦੌਰਾਨ ਕਾਂਗਰਸ ਵੱਲੋਂ ਕੀਤੇ ਪ੍ਰਦਰਸ਼ਨ ਦੇ ਵਿਰੋਧ ਵਿੱਚ ਸੈਕਟਰ 33 ਕਮਲਮ ਭਾਜਪਾ ਦਫ਼ਤਰ ਤੋਂ ਪ੍ਰਦਰਸ਼ਨ ਕੀਤਾ। ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਹੀਰਾ ਨੇਗੀ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਭਾਜਪਾ ਮਹਿਲਾ ਵਰਕਰਾਂ ਸਮੇਤ ਭਾਜਪਾ ਦੇ ਵਰਕਰਾਂ ਨੇ ਸੈਕਟਰ 33 ਕਮਲਮ ਤੋਂ ਸੈਕਟਰ 35 'ਚ ਕਾਂਗਰਸ ਦੇ ਦਫ਼ਤਰ ਦਾ ਘਿਰਾਓ ਕਰਨ ਲਈ ਮਾਰਚ ਕੀਤਾ। ਚੰਡੀਗੜ੍ਹ ਪੁਲਿਸ ਨੇ ਭਾਜਪਾ ਵਰਕਰਾਂ ਅਤੇ ਆਗੂਆਂ ਨੂੰ ਬੈਰੀਕੇਡ ਲਗਾ ਕੇ ਅੱਗੇ ਵਧਣ ਤੋਂ ਰੋਕ ਦਿੱਤਾ। ਹੀਰਾ ਨੇਗੀ ਨੇ ਪ੍ਰਦਰਸ਼ਨ ਦੌਰਾਨ ਕਿਹਾ ਕਿ ਕਾਂਗਰਸ ਨੇ AI ਸਮਿਟ ਮੌਕੇ ਦੇਸ਼ ਦੇ ਅਕਸ ਨੂੰ ਦੁਨੀਆ ਭਰ ਵਿੱਚ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਇਸ ਸਮਿਟ ਵਿੱਚ ਦੁਨੀਆ ਭਰ ਦੇ ਦੇਸ਼ਾਂ ਦੇ ਪ੍ਰਤੀਨਿਧੀ ਆਏ ਹੋਏ ਸਨ ਅਤੇ ਕਾਂਗਰਸ ਦੇ ਪ੍ਰਦਰਸ਼ਨ ਨਾਲ ਦੇਸ਼ ਦੇ ਅਕਸ ਨੂੰ ਸੱਟ ਵੱਜੀ ਹੈ। जो देश को शर्मनाक जो महसूस किया राहुल गांधी ने, उसके खिलाफ प्रोटेस्ट है। भारतीय जनता पार्टी महिला मोर्चा का प्रोटेस्ट है। हमारा संघर्ष जारी रहेगा जब तक राहुल गांधी अपने किए पे पछतावा नहीं करेगा, तब तक हमारा प्रोटेस्ट जारी। वो देश से माफी मांगे, हम नहीं कहते हमसे माफी, देश से माफी मांगे। देश को नीचे दिखाने का काम राहुल गांधी ने किया, उसके खिलाफ हमारा प्रदर्शन है। ਚੰਡੀਗੜ੍ਹ ਭਾਜਪਾ ਦੇ ਜਨਰਲ ਸਕੱਤਰ ਰਾਮਵੀਰ ਪੱਟੀ ਨੇ ਕਿਹਾ ਹੈ ਕਿ AI ਸਮਿਟ ਵਿੱਚ ਬਹੁਤ ਸਾਰੇ ਦੇਸ਼ਾਂ ਦੇ ਪ੍ਰਮੁੱਖ ਆਗੂ ਮੌਜੂਦ ਸਨ। ਉਸ ਸਮੇਂ ਕੀਤੇ ਪ੍ਰਦਰਸ਼ਨ ਨਾਲ ਕਾਂਗਰਸ ਨੇ ਦੇਸ਼ ਦੇ ਅਕਸ ਅਤੇ ਮਾਨ ਸਨਮਾਨ ਨੂੰ ਠੇਸ ਪਹੁੰਚਾਉਣ ਦਾ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਕਾਂਗਰਸ ਵੱਲੋਂ ਹਰ ਮਸਲੇ ਤੇ ਸਿਰਫ ਰਾਜਨੀਤੀ ਕੀਤੀ ਜਾਂਦੀ ਹੈ ਅਤੇ ਕਾਂਗਰਸ ਦੇ ਅਜਿਹੇ ਰਵੱਈਏ ਕਾਰਨ ਹੀ 2014 ਤੋਂ ਲੋਕ ਸਭਾ ਚੋਣਾਂ ਸਮੇਂ ਦੇਸ਼ ਦੇ ਲੋਕਾਂ ਨੇ ਕਾਂਗਰਸ ਨੂੰ ਨਕਾਰ ਦਿੱਤਾ ਸੀ। ਉਹਨਾਂ ਕਿਹਾ ਕਿ ਭਵਿੱਖ ਵਿੱਚ ਵੀ ਰਾਸ਼ਟਰ ਵਿਰੋਧੀ ਸੋਚ ਵਾਲੀ ਕਾਂਗਰਸ ਨੂੰ ਦੇਸ਼ ਦੇ ਲੋਕ ਸਵੀਕਾਰ ਨਹੀਂ ਕਰਨਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਮਾਰਚ ਤੋਂ ਲੁਧਿਆਣਾ 'ਚ ਕਾਰਜਸ਼ੀਲ ਹੋਣ ਵਾਲੇ ਟਾਟਾ ਸਟੀਲ ਦੇ ਮੈਨੂਫੈਕਚਰਿੰਗ ਪਲਾਂਟ ਨਾਲ ਸੂਬੇ 'ਚ ਉਦਯੋਗ ਖੇਤਰ ਨੂੰ ਹੁਲਾਰਾ ਮਿਲੇਗਾ। ਉਹਨਾਂ ਕਿਹਾ ਹੈ ਕਿ ਲੁਧਿਆਣਾ 'ਚ 3200 ਕਰੋੜ ਰੁਪਏ ਦੀ ਲਾਗਤ ਵਾਲੇ ਟਾਟਾ ਸਟੀਲ ਪਲਾਂਟ ਦੇ ਕਾਰਜਸ਼ੀਲ ਹੋਣ ਨਾਲ 2500 ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮਿਲਣਗੇ ਅਤੇ ਪੰਜਾਬ ਦਾ ਉਦਯੋਗ ਪ੍ਰਫੁੱਲਿਤ ਹੋਵੇਗਾ। ਉਹਨਾਂ ਕਿਹਾ ਹੈ ਕਿ ਭਾਰਤ ਵਿੱਚ ਜਮਸ਼ੇਦਪੁਰ ਤੋਂ ਬਾਅਦ ਟਾਟਾ ਸਟੀਲ ਦਾ ਦੂਜਾ ਸਭ ਤੋਂ ਵੱਡਾ ਪਲਾਂਟ ਪੰਜਾਬ ਵਿੱਚ ਸਥਾਪਿਤ ਹੋ ਰਿਹਾ ਹੈ। ਇਹ ਮੈਗਾ ਟਾਟਾ ਸਟੀਲ ਪ੍ਰੋਜੈਕਟ ਲੁਧਿਆਣਾ ਦੇ ਉਦਯੋਗਿਕ ਮਾਹੌਲ ਨੂੰ ਮਜ਼ਬੂਤੀ ਦੇਵੇਗਾ। ਮੁੱਖ ਮੰਤਰੀ ਨੇ ਕਿਹਾ ਹੈ ਕਿ ਸੂਬਾ ਸਰਕਾਰ ਨੇ ਪੰਜਾਬ ਵਿੱਚ ਇਸ ਵੱਡੇ ਪ੍ਰੋਜੈਕਟ ਦੇ ਸਮਾਂਬੰਧ ਲਾਗੂ ਕਰਨ ਨੂੰ ਯਕੀਨੀ ਬਣਾਇਆ ਹੈ ਅਤੇ ਇਹ ਸੂਬੇ ਲਈ ਮਾਣ ਦੀ ਗੱਲ ਹੈ। ਉਹਨਾਂ ਉਮੀਦ ਜਤਾਈ ਹੈ ਕਿ ਅਜਿਹੇ ਪ੍ਰੋਜੈਕਟ ਦੇ ਸਫਲ ਸੰਚਾਲਨ ਅਤੇ ਭਵਿੱਖ ਵਿੱਚ ਹੋਰ ਵਿਸਥਾਰ ਲਈ ਟਾਟਾ ਸਟੀਲ ਅੱਗੇ ਆਵੇਗਾ ਤੇ ਸੂਬਾ ਸਰਕਾਰ ਵੱਲੋਂ ਪੂਰਾ ਸਮਰਥਨ ਤੇ ਸਹਿਯੋਗ ਦਿੱਤਾ ਜਾਵੇਗਾ। ਈਰਾਨ ਵਿੱਚ ਤੇਜ਼ੀ ਨਾਲ ਬਦਲ ਰਹੇ ਹਾਲਾਤਾਂ ਦੇ ਮੱਦੇਨਜ਼ਰ ਤਹਿਰਾਨ ਸਥਿਤ ਭਾਰਤੀ ਦੂਤਾਵਾਸ ਨੇ ਇੱਕ ਨਵੀਂ ਐਡਵਾਈਜ਼ਰੀ ਜਾਰੀ ਕਰਕੇ ਸਾਰੇ ਭਾਰਤੀ ਨਾਗਰਿਕਾਂ ਨੂੰ ਛੇਤੀ ਤੋਂ ਛੇਤੀ ਈਰਾਨ ਛੱਡਣ ਦੀ ਅਪੀਲ ਕੀਤੀ ਹੈ। ਇਸ ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਈਰਾਨ ਵਿੱਚ ਰਹਿ ਰਹੇ ਭਾਰਤੀ ਵਿਦਿਆਰਥੀ, ਸ਼ਰਧਾਲੂ, ਕਾਰੋਬਾਰੀ ਅਤੇ ਸੈਲਾਨੀ ਮੌਜੂਦ ਵਪਾਰਕ ਉਡਾਨਾਂ ਜਾਂ ਆਵਾਜਾਈ ਦੇ ਹੋਰ ਸਾਧਨਾਂ ਰਾਹੀਂ ਤੁਰੰਤ ਵਾਪਸ ਪਰਤ ਆਉਣ। ਦੂਤਾਵਾਸ ਨੇ ਭਾਰਤੀ ਨਾਗਰਿਕਾਂ ਅਤੇ ਭਾਰਤੀ ਮੂਲ ਦੇ ਲੋਕਾਂ ਨੂੰ ਪ੍ਰਦਰਸ਼ਨਾਂ ਵਾਲੀਆਂ ਥਾਵਾਂ ਤੋਂ ਦੂਰ ਰਹਿਣ, ਸਥਾਨਕ ਮੀਡੀਆ ਤੇ ਨਜ਼ਰ ਰੱਖਣ ਅਤੇ ਆਪਣੇ ਯਾਤਰਾ ਦਸਤਾਵੇਜ਼ ਹਰ ਵੇਲੇ ਤਿਆਰ ਰੱਖਣ ਦੀ ਹਦਾਇਤ ਕੀਤੀ ਹੈ। ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਸਹਾਇਤਾ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ। ਦੂਤਾਵਾਸ ਨੇ ਇਹ ਵੀ ਸਲਾਹ ਦਿੱਤੀ ਹੈ ਕਿ ਜੇਕਰ ਇੰਟਰਨੈਟ ਦੀ ਸਮੱਸਿਆ ਕਾਰਨ ਕੋਈ ਨਾਗਰਿਕ ਰਜਿਸਟ੍ਰੇਸ਼ਨ ਨਹੀਂ ਕਰ ਪਾ ਰਿਹਾ ਹੈ ਤਾਂ ਉਹ ਭਾਰਤ ਵਿੱਚ ਰਹਿ ਰਹੇ ਆਪਣੇ ਪਰਿਵਾਰਕ ਮੈਂਬਰਾਂ ਰਾਹੀਂ ਦੂਤਾਵਾਸ ਦੀ ਵੈਬਸਾਈਟ ਤੇ ਵੇਰਵੇ ਦਰਜ ਕਰਵਾ ਸਕਦੇ ਨੇ।
ਅਤੇ ਤੁਸੀਂ ਸਾਡੇ ਸਮਾਚਾਰ YouTube ਚੈਨਲ DD ਨਿਊਜ਼ ਚੰਡੀਗੜ੍ਹ, Facebook DD ਨਿਊਜ਼ ਚੰਡੀਗੜ੍ਹ ਅਤੇ X DD ਨਿਊਜ਼ CHD ਤੇ ਵੀ ਦੇਖ ਸਕਦੇ ਹੋ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਆਗਿਆ ਦਿਓ। ਨਮਸਕਾਰ।